ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਗੁਜਰਾਤ ਤੋਂ ਖਬਰਾਂ ਆ ਰਹੀਆਂ ਨੇ ਕਿ ਸੂਬਾ ਸਰਕਾਰ ਕੱਛ ਇਲਾਕੇ ਨੂੰ ਆਬਾਦ ਕਰਨ ਵਾਲੇ ਪੰਜਾਬੀ ਕਿਸਾਨਾਂ ਨੂੰ ਵਾਪਸ ਪੰਜਾਬ ਭੇਜਣਾ ਚਾਹੁੰਦੀ ਹੈ। ਸੂਬਾ ਸਰਕਾਰ ਇਹ ਮਾਮਲਾ ਹਾਈ ਕੋਰਟ ਵਿੱਚ ਹਾਰ ਚੁੱਕੀ ਹੈ, ਪਰ ਇਸ ਫੈਸਲੇ ਉੱਤੇ ਨਜ਼ਰਸਾਨੀ ਲਈ ਸਰਵਉੱਚ ਅਦਾਲਤ ਤੱਕ ਪਹੁੰਚ ਕਰ ਰਹੀ ਹੈ। ਆਖਰ ਸੂਬਾ ਸਰਕਾਰ ਅਜਿਹਾ ਕਿਉਂ ਕਰ ਰਹੀ ਹੈ? ਇਸ ਪਿੱਛੇ ਅਰਥ ਸ਼ਾਸਤਰ ਕੀ ਹੈ ਤੇ ਇਸ ਦੀ ਸਿਆਸਤ ਕੀ ਹੈ? गुजरात की सूबा सरकार ने बॉम्बे टेनेंसी एंड एग्रीकल्चर लैंड्स एक्ट 1948 तहत गैर गुजराती मूल के किसानों को जमीनां वेच के अपने जद्दी सूबियां नूं जाण दा हुक्म सुनाया है। इस हुक्म खिलाफ गुजरात हाई कोर्ट विच किसान जित गए ने। अदालत मुताबक गुजरात सरकार की अजिही पहलकदमी जायज़ नहीं है। हुण गुजरात सरकार ने हाई कोर्ट के फैसले के खिलाफ सर्वोच्च अदालत विच जाण दा फैसला कीता है। गुजरात विच वसे गैर गुजरातियां विच पंजाबी सिखां की गिणती भी जिक्र गोचरी है। कच्छ के इलाके नूं वाहीयोग बनाउण विच पंजाबी किसानां दी अहम भूमिका है। 1965 ਦੀ ਭਾਰਤ ਪਾਕਿਸਤਾਨ ਜੰਗ ਤੋਂ ਬਾਅਦ ਕੱਛ ਦੇ ਬੇਆਬਾਦ ਇਲਾਕਿਆਂ ਨੂੰ ਆਬਾਦ ਕਰਨ ਦਾ ਫੈਸਲਾ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਕੀਤਾ ਸੀ। ਇਸ ਫੈਸਲੇ ਤਹਿਤ ਕੌਮਾਂਤਰੀ ਸਰਹੱਦ ਨਾਲ ਲੱਗਦੇ ਇਲਾਕੇ ਨੂੰ ਆਬਾਦ ਕੀਤਾ ਗਿਆ ਹੈ ਅਤੇ ਇਸ ਇਲਾਕੇ ਵਿੱਚ ਉਦਮੀ ਲੋਕਾਂ ਨੂੰ ਵਸਾਇਆ ਗਿਆ ਹੈ। ਸਿੱਖਾਂ ਦੇ ਇਸ ਇਲਾਕੇ ਵਿੱਚ ਜ਼ਮੀਨਾਂ ਖਰੀਦੀਆਂ ਤੇ ਆਬਾਦ ਕੀਤੀਆਂ। ਹੁਣ ਤਕਰੀਬਨ ਅੱਧੀ ਸਦੀ ਬਾਅਦ ਇਹਨਾਂ ਲੋਕਾਂ ਨੂੰ ਗੈਰ ਗੁਜਰਾਤੀ ਕਹਿ ਕੇ ਉਜਾੜਿਆ ਜਾ ਰਿਹਾ ਹੈ। ਸਵਾਲ ਕਈ ਨੇ। 1965 ਵਿੱਚ ਕੇਂਦਰ ਸਰਕਾਰ ਦੇ ਫੈਸਲੇ ਨੂੰ ਲਾਗੂ ਕਰਨ ਲਈ 1948 ਦੇ ਇਸ ਕਾਨੂੰਨ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਨੀਤੀ ਅਤੇ ਕਾਨੂੰਨ ਦੇ ਇਸ ਪਾੜੇ ਦਾ ਸ਼ਿਕਾਰ ਦਹਾਕਿਆਂ ਬੱਧੀ ਮਿਹਨਤ ਕਰਨ ਵਾਲੇ ਮਿਹਨਤਕਸ਼ਾਂ ਨੂੰ ਕਿਉਂ ਬਣਾਇਆ ਜਾਏ? ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਪਹਿਲਕਦਮੀ ਪਿੱਛੇ ਨਰਿੰਦਰ ਮੋਦੀ ਦੀ ਘੱਟ ਗਿਣਤੀਆਂ ਖਿਲਾਫ ਸਿਆਸਤ ਨੂੰ ਸਮਝਣਾ ਚਾਹੀਦਾ ਹੈ। ਇਸ ਵੇਲੇ ਸਭ ਤੋਂ ਵੱਡਾ ਸਵਾਲ ਇਹੋ ਹੈ ਕਿ ਜ਼ਮੀਨਾਂ ਆਬਾਦ ਕਰਨ ਵਾਲੇ ਮਿਹਨਤੀ ਕਿਸਾਨਾਂ ਦੀਆਂ ਜ਼ਮੀਨਾਂ ਪੁਰਾਣੇ ਕਾਨੂੰਨ ਦੇ ਹਵਾਲੇ ਨਾਲ ਖੋਹੀਆਂ ਜਾ ਸਕਦੀਆਂ ਨੇ ਜਾਂ ਨਹੀਂ। इस मामले में श्रोमणी अकाली दल की सियासत अहम है। पंजाब में पार्टी श्रोमणी अकाली दल और भाजपा की सांझी सरकार है। गुजरात में भाजपा की सरकार है। श्रोमणी अकाली दल केंद्र में भाजपा की सब तो भरोसेयोग सहयोगी पार्टी है जो नरेंद्र मोदी की प्रधानमंत्री के उम्मीदवार वजों हमायत कर रही है। गुजरात के सिख किसानों का मसला श्रोमणी अकाली दल किवें सुलझाएगा? कि श्रोमणी अकाली दल इन्हां किसानों की इमदाद लई भाजपा नूं सवाल करेगा जां कन्नी खिसकाएगा? ਗੁਜਰਾਤ ਵਿੱਚੋਂ ਗੈਰ ਗੁਜਰਾਤੀ ਕਿਸਾਨਾਂ ਨੂੰ ਬਾਹਰ ਕੱਢਣ ਲਈ ਕਾਨੂੰਨ ਦਾ ਸਹਾਰਾ ਲਿਆ ਜਾ ਰਿਹਾ ਹੈ। ਕਈ ਸੂਬਿਆਂ ਵਿੱਚ ਅਜਿਹਾ ਕਾਨੂੰਨ ਹੈ ਜਿਸ ਤਹਿਤ ਦੂਜੇ ਸੂਬਿਆਂ ਦੇ ਲੋਕ ਜ਼ਮੀਨਾਂ ਨਹੀਂ ਖਰੀਦ ਸਕਦੇ। ਮੌਜੂਦਾ ਦੌਰ ਵਿੱਚ ਸਾਰੀਆਂ ਸਰਕਾਰਾਂ ਸਨਅਤੀ ਵਿਕਾਸ ਅਤੇ ਨਿਵੇਸ਼ ਵਧਾਉਣ ਲਈ ਹਰ ਤਰ੍ਹਾਂ ਦੀਆਂ ਰਿਆਇਤਾਂ ਦੇ ਰਹੀਆਂ ਨੇ। ਗੁਜਰਾਤ ਇਸ ਮਾਮਲੇ ਵਿੱਚ ਮੋਹਰੀ ਸੂਬਾ ਹੈ ਜੋ ਹਰ ਨਿਵੇਸ਼ਕ ਨੂੰ ਜ਼ਮੀਨਾਂ ਦੇਣ ਲਈ ਦੂਜਿਆਂ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਰਿਆਇਤਾਂ ਦੇਣ ਦਾ ਵਾਅਦਾ ਕਰਦਾ ਹੈ। ਪਰ ਕਿਸਾਨਾਂ ਦੇ ਮਾਮਲੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਵੱਖਰੇ ਢੰਗ ਨਾਲ ਕਿਉਂ ਸੋਚਦੀ ਹੈ? ਇਨ੍ਹਾਂ ਹੀ ਮਾਮਲਿਆਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਗੁਰਤੇਜ ਸਿੰਘ ਜੋ ਸਾਬਕਾ IAS ਅਫਸਰ ਨੇ, ਬਲਵੰਤ ਸਿੰਘ ਰਾਮੋਵਾਲੀਆ ਜੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ। ਇਹਨਾਂ ਤੋਂ ਬਿਨਾਂ ਸਾਡੇ ਨਾਲ ਫੋਨ ਲਾਈਨ ਤੇ ਜੁੜਨਗੇ ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਸਿੰਘ ਰਾਜੇਵਾਲ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਥੈਂਕ ਯੂ। ਗੁਰਤੇਜ ਜੀ, ਜਿਹੜਾ ਇਹ ਮਾਮਲਾ ਹੈ ਸਾਡੇ ਸਾਹਮਣੇ ਅਦਾਲਤੀ ਕਾਰਵਾਈ ਦੇ ਹਵਾਲੇ ਨਾਲ ਸਾਡੇ ਸਾਹਮਣੇ ਆਇਆ, ਕੀ ਇਹਦੇ ਵਿੱਚੋਂ ਕਾਨੂੰਨ ਹੀ ਦੇਖਿਆ ਜਾਣਾ ਚਾਹੀਦਾ ਜਾਂ ਇਹਦੇ ਪਿੱਛੇ ਕੁਝ ਹੋਰ ਸਿਆਸਤ ਵੀ ਨਜ਼ਰ ਆਉਂਦੀ ਹੈ? ਮੈਨੂੰ ਜੋ ਪੰਜਾਬ ਦਾ ਮਸਲਾ ਜਿੱਥੇ ਆ ਜਾਂਦਾ ਨਾ, ਮੈਨੂੰ ਸਾਰੀ ਹੀ ਸਿਆਸਤ ਨਜ਼ਰ ਆਉਂਦੀ ਹੈ ਜੀ। 1947 ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਉੱਜੜ ਕੇ ਲੋਕ ਆਏ ਉਧਰਲੇ ਪਾਸਿਓਂ ਕਿਸਾਨ, ਉਹਨਾਂ ਦੇ ਉੱਤੇ ਇੱਥੇ 3 ਗੁਣਾ 4 ਗੁਣਾ ਕੱਟ ਲੱਗੇ ਔਰ ਚੌਥਾ ਹਿੱਸਾ 5ਵਾਂ ਹਿੱਸਾ ਜ਼ਮੀਨ ਉਹਨਾਂ ਨੂੰ ਮਿਲੀ ਜੀ। ਜਿਹੜੇ ਇੱਥੋਂ ਉੱਜੜ ਕੇ ਪਾਕਿਸਤਾਨ ਗਏ ਉਹਨਾਂ ਨੂੰ 5 ਗੁਣਾ ਜ਼ਮੀਨ ਮਿਲੀ, ਜਿਵੇਂ ਬਾਬੂ ਰਜਬ ਅਲੀ ਨੂੰ ਮਿਲੀ ਜੀ। ਇਹਨਾਂ ਨੂੰ ਵਸਾਇਆ ਗਿਆ ਸਿਰਫ ਪੰਜਾਬ ਦੇ ਵਿੱਚ। ਕਰਨਾਲ ਦੇ ਵਿੱਚ ਬੜੀ ਮੁਸ਼ਕਲ ਨਾਲ ਗਿਆਨੀ ਕਰਤਾਰ ਸਿੰਘ ਨੇ ਹਿੰਮਤ ਕਰਕੇ ਥੋੜ੍ਹੇ ਜਿਹੇ ਲੋਕ ਵਸਾਏ। ਇਹਨਾਂ ਨੂੰ ਕਿਸੇ ਦੂਸਰੇ ਸੂਬੇ ਦੇ ਵਿੱਚ ਵਸਣ ਨਹੀਂ ਦਿੱਤਾ ਗਿਆ। ਯੂਪੀ ਦੇ ਵਿੱਚੋਂ ਕੱਢਣ ਵਾਸਤੇ ਸੰਪੂਰਨਾਨੰਦ ਤੋਂ ਲੈ ਕੇ ਤੇ ਜੋ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਵੀ ਬਣੇ ਉਹਨਾਂ ਤੱਕ, ਚੌਧਰੀ ਚਰਨ ਸਿੰਘ ਤੱਕ ਪੂਰਾ ਜ਼ੋਰ ਲੱਗਦਾ ਰਿਹਾ ਵੀ ਇਹਨਾਂ ਨੂੰ ਇੱਥੋਂ ਕੱਢ ਦਿਓ ਜੀ। ਇੱਕ ਪਾਸੇ ਇਹ ਗੱਲ, ਔਰ ਫਿਰ ਤੁਸੀਂ ਦੇਖੋ ਕਿ ਜਿਹੜੇ ਸੂਬੇ ਸਭ ਤੋਂ ਵੱਧ ਕਣਕ ਤੇ ਚੌਲ ਪੰਜਾਬ ਦੇ ਰਹੇ ਨੇ ਕੇਂਦਰੀ ਭੰਡਾਰ ਨੂੰ, ਉਹ ਸਾਰੇ ਉਹ ਹਨ ਜਿੱਥੇ ਕਿ ਪੰਜਾਬੀ ਕਿਸਾਨ ਵਸਦੇ ਨੇ ਜੀ। ਰਾਜਸਥਾਨ, ਹਰਿਆਣਾ, ਯੂਪੀ, ਮੱਧ ਪ੍ਰਦੇਸ਼ ਤੇ ਪੰਜਾਬ ਜੀ। ਜਿਸ ਵੇਲੇ ਪਿੱਛੇ ਇੱਕ ਮੀਟਿੰਗ ਹੋਈ ਬੀਜਿੰਗ ਦੇ ਵਿੱਚ ਏਸ਼ੀਅਨ ਕੰਟਰੀਜ਼ ਦੀ, ਉੱਥੇ ਪ੍ਰਧਾਨ ਮੰਤਰੀ ਨੂੰ ਮੰਗੋਲੀਆ ਦਾ ਪ੍ਰਧਾਨ ਮਿਲਿਆ ਔਰ ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਪੰਜਾਬੀ ਫਾਰਮਰਸ ਦਿਓ, ਕੁਛ ਸਾਨੂੰ ਚਾਹੀਦੇ ਨੇ। ਉਸ ਤੋਂ ਬਾਅਦ ਪਤਾ ਲੱਗਿਆ ਇਥੋਪੀਆ ਵਾਲੇ ਮੰਗ ਰਹੇ ਆ, ਮੰਗੋਲੀਆ ਵਾਲੇ ਮੰਗ ਰਹੇ, ਬ੍ਰਾਜ਼ੀਲ ਵਾਲੇ ਮੰਗ ਰਹੇ ਆ,
ਅਰਜਨਟੀਨਾ ਵਾਲੇ ਮੰਗ ਰਹੇ, ਜਾਰਜੀਆ। ਸਾਰੇ ਯੂਕਰੇਨ ਜਾਰਜੀਆ ਦੀਆਂ ਇਸ਼ਤਿਹਾਰ ਲਗਾਤਾਰ ਜਾਰਜੀਆ ਅਖਬਾਰਾਂ ਨੇ ਚ ਆ ਰਹੇ ਇਸ਼ਤਿਹਾਰ ਲੱਗੇ, ਉਹਨਾਂ ਦੇ ਐਮਬੈਸਡਰ ਆਏ, ਸਾਰਾ ਜੀ, ਕੁਝ ਹੋਇਆ। ਜੀ ਇਸੇ ਤਰ੍ਹਾਂ ਹੀ ਆਸਟ੍ਰੇਲੀਆ ਕਹਿੰਦਾ ਹੈ ਕਿ ਅਸੀਂ ਖਾਸ ਕਾਨੂੰਨ ਦੇ ਵਿੱਚ ਰਿਆਇਤ ਕਰ ਰਹੇ ਹਾਂ ਕਿ ਪੰਜਾਬੀ ਫਾਰਮਰ ਆ ਕੇ ਇੱਥੇ ਵਸ ਸਕਣ। ਜੀ ਕੈਨੇਡਾ ਤੇ ਅਮਰੀਕਾ ਕਹਿੰਦੇ ਨੇ ਕਿ ਸਾਡਾ ਜਿਹੜਾ ਫਰੂਟ ਤੇ ਵਧੀਆ ਜਿਹੜੇ ਸਾਡੀ ਕਣਕ ਤੇ ਚੌਲ ਜਿਹੜੇ ਪੈਦਾ ਕਰ ਰਹੇ ਨੇ ਉਹ ਸਾਰੇ ਪੰਜਾਬੀ ਕਿਸਾਨ ਆਣਗੇ। ਜੀ ਹੁਣ ਇਹਨਾਂ ਨੂੰ ਇੱਥੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਪੋਜੀਸ਼ਨ ਇਹਨਾਂ ਦੀ ਇਹ ਹੈਗੀ ਕਿ ਰਾਜਸਥਾਨ ਦੇ ਵਿੱਚ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਕਿਉਂਕਿ ਤੁਸੀਂ ਗੈਰ ਮੁਲਕੀ ਹੋ, ਜੀ ਗੈਰ ਰਾਜਸਥਾਨੀ ਹੋ, ਗੈਰ ਰਾਜਸਥਾਨੀ ਹੋ, ਜੀ। ਮੁਲਕੀ ਕਹਿੰਦੇ ਆ ਉੱਥੇ, ਮੂਲਵਾਦੀ, ਹਾਂਜੀ ਮੂਲਵਾਸੀ, ਹਾਂ, ਮੂਲਵਾਸੀ ਨਹੀਂ। ਮੂਲਵਾਸੀ ਨਹੀਂ ਹੋ। ਜੰਮੂ ਕਸ਼ਮੀਰ ਦੇ ਵਿੱਚ ਤੁਸੀਂ ਨਹੀਂ ਖਰੀਦ ਸਕਦੇ ਕਿਉਂਕਿ ਉਹ ਧਾਰਾ 370 ਲੱਗੀ ਹੋਈ ਹੈ। ਜੀ ਹਿਮਾਚਲ ਦੇ ਵਿੱਚ ਤੁਸੀਂ ਨਹੀਂ ਖਰੀਦ ਸਕਦੇ ਕਿਉਂਕਿ ਉੱਥੇ ਵੈਸੇ ਤਾਂ ਵਾਹੀਯੋਗ ਜ਼ਮੀਨ ਹੈ ਘੱਟ, ਲੇਕਿਨ ਉਸ ਦੇ ਉੱਤੇ ਵੀ ਪਾਬੰਦੀਆਂ ਹੋਣਗੀਆਂ। ਜੀ। ਜਿਹੜੇ ਆਲੇ ਦੁਆਲੇ ਦੇ ਸੂਬੇ ਕਿਸੇ ਦੇ ਵਿੱਚ ਤੁਹਾਨੂੰ ਵਸਣ ਨਹੀਂ ਦਿੱਤਾ ਜਾ ਰਿਹਾ, ਯੂਪੀ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਛਾ, ਹੁਣ ਪੰਜਾਬ ਦੇ ਵਿੱਚ ਆ ਕੇ ਚਾਹੇ ਕੋਈ ਕਿਤੋਂ ਹੀ ਆ ਜਾਏ, ਉਹ 4 ਰੁਪਏ ਸਿੱਟੇ ਤੇ ਜਿੰਨੀ ਮਰਜ਼ੀ ਜ਼ਮੀਨ ਖਰੀਦ ਸਕਦਾ ਹੈ। ਜੀ ਇਹ ਕੀ ਹੋ ਰਿਹਾ ਹੈ? ਇਸ ਪੰਜਾਬ ਨੂੰ ਉਜਾੜਨ ਦਾ ਇੱਕ ਉਪਰਾਲਾ ਕੀਤਾ ਜਾ ਰਿਹਾ। ਔਰ ਜੇ ਮੋਦੀ ਸਰਕਾਰ ਵੀ ਇਹ ਕਰ ਰਹੀ ਹੈ, ਹੁਣ ਮੱਧ ਪ੍ਰਦੇਸ਼ ਵਿੱਚ ਵੀ ਕੀ ਹੋਇਆ, ਉੱਥੇ ਵੀ ਬੀਜੇਪੀ ਦੀ ਸਰਕਾਰ ਹੈ। ਉੱਥੇ ਇੱਕ ਮਥਾਨਾ ਪਿੰਡ ਦੇ ਵਿੱਚ ਕੁਝ ਲੋਕ ਹਰੀਜਨ ਲੋਕ, ਉਹਨਾਂ ਦੇ ਕੋਲ ਜ਼ਮੀਨ ਸੀ, ਉਹ ਸਿੱਖ ਬਣ ਗਏ। ਉਹਨਾਂ ਨੂੰ ਉਸ ਵੇਲੇ ਉਹਨਾਂ ਨੇ ਫੜ ਕੇ ਤੇ ਉਹ ਪਾਣੀ ਉਹਨਾਂ ਦੀਆਂ ਖੇਤੀਆਂ ਨੂੰ ਬੰਦ ਕਰਤਾ। ਉਹ ਬੜਾ ਵੱਡਾ ਮਸਲਾ ਉੱਠਿਆ, ਆ ਪਿਛਲੇ ਮਈ ਮਹੀਨੇ ਦੀ ਗੱਲ ਹੈ। ਜੀ ਸੋ ਇਹ ਜਿਹੜਾ ਹੈ, ਮੇਰੇ ਖਿਆਲ ਦੇ ਵਿੱਚ ਜਿਹੜੀ ਆ ਜਿਸ ਵੇਲੇ 1947 ਦੇ ਵਿੱਚ ਲੋਕ ਉੱਜੜ ਕੇ ਉੱਧਰੋਂ ਆਏ ਨੇ, ਤਾਂ ਗਾਂਧੀ ਜੀ ਦੇ ਵੀ ਕਈ ਸਪੀਚ ਹਨਗੇ, ਉਹ ਆਪਣੀਆਂ ਜਿਹੜੀਆਂ ਸਭਾਵਾਂ ਦੇ ਵਿੱਚ, ਉਹ ਪ੍ਰਾਰਥਨਾ ਸਭਾਵਾਂ ਦੇ ਵਿੱਚ ਦਿੰਦੇ ਸਨ, ਰਿਕਾਰਡਡ ਹਨਗੇ, ਅੱਜ ਉਹ 100 ਵੋਲੀਅਮ ਦੇ ਵਿੱਚ ਛਪੇ ਹੋਏ ਨੇ। ਉਹਨਾਂ ਦੇ ਵਿੱਚ ਵੀ ਉਹ ਇਹੀ ਕਹਿੰਦੇ ਸੀ ਪੰਜਾਬੀਆਂ ਨੂੰ ਕਿ ਤੁਸੀਂ ਇੱਥੇ ਕੀ ਲੈਣ ਆਏ ਹੋ, ਤੁਸੀਂ ਪੰਜਾਬ ਦੇ ਵਿੱਚ ਜਾਓ। ਸੋ ਪੰਜਾਬ ਨੂੰ ਇੱਕ ਕਿਸ ਤਰ੍ਹਾਂ ਦੀ ਕੁਰਾਟੀਨ, ਜਿਵੇਂ ਆਪਾਂ ਕਹਿੰਦੇ ਸੀ ਨਾ ਪਹਿਲਾਂ ਪੁਰਾਣੇ ਜ਼ਮਾਨੇ 'ਚ, ਉਹ ਬਣਾਇਆ ਹੋਇਆ ਕਿ ਇਹ ਸਿੱਖ ਫਾਰਮਰ ਨਾ ਇੱਥੋਂ ਨਿਕਲ ਸਕਦੇ ਅਤੇ ਨਾ ਇੱਥੋਂ ਇੱਥੇ ਇਹਨਾਂ ਨੂੰ ਵਾਹੀ ਕਰਨ ਦਿੱਤੀ ਜਾਏਗੀ। ਫੋਰ ਇੰਸਟੈਂਸ, ਪੰਜਾਬ ਦੇ ਵਿੱਚ 105 ਮਿਲੀਅਨ ਏਕੜ ਜ਼ਮੀਨ ਹੈ ਜੀ ਜਿਹੜੀ ਵਾਹੀਯੋਗ ਹੈ। 5 ਲੱਖ ਏਕੜ ਜ਼ਮੀਨ ਹੈ ਜਿਹੜੀ 105 ਲੱਖ ਏਕੜ ਜਿਹੜੀ ਵਾਹੀਯੋਗ ਹੈ। ਜੀ ਇਸ ਦੀ ਵਾਹੀ ਕਰਨ ਵਾਸਤੇ ਸਾਨੂੰ 52 ਮਿਲੀਅਨ ਏਕੜ ਫੀਟ ਪਾਣੀ ਚਾਹੀਦਾ ਹੈ। ਜੀ ਸਾਰੇ ਪੰਜਾਬ ਦੇ ਦਰਿਆਵਾਂ ਦਾ 52 ਮਿਲੀਅਨ ਏਕੜ ਫੀਟ ਪਾਣੀ ਹੈ, ਜੀ ਲੇਕਿਨ ਉਸ ਦੇ ਵਿੱਚੋਂ ਸਿਰਫ 17 ਮਿਲੀਅਨ ਏਕੜ ਫੀਟ ਪਾਣੀ ਪੰਜਾਬ ਨੂੰ ਦਿੱਤਾ ਜਾ ਰਿਹਾ ਹੈ। ਔਰ ਦੂਜਾ ਗੈਰ ਰਾਪੇਰੀਅਨ ਸੂਬਿਆਂ ਨੂੰ ਜਿਨ੍ਹਾਂ ਦਾ ਕੋਈ ਅਧਿਕਾਰ ਨਹੀਂ। ਜੀ ਸੋ ਪੰਜਾਬ ਦੇ ਵਿੱਚ ਨਹੀਂ ਵਸਣ ਦੇਣਾ ਚਾਹੁੰਦੇ ਪੰਜਾਬੀ ਫਾਰਮਰ ਨੂੰ, ਨਾਲ ਦੇ ਇਲਾਕਿਆਂ ਦੇ ਜ਼ਮੀਨ ਨਹੀਂ ਖਰੀਦਣ ਦੇਣਾ ਚਾਹੁੰਦੇ। ਦੁਨੀਆ ਅੱਖਾਂ ਚੁੱਕ ਕੇ ਹੱਥ ਜੋੜ ਕੇ ਖੜੀ ਆ ਕਿ ਸਾਡੇ ਕੋਲੇ ਆਓ, ਸਾਡੇ ਇੱਥੇ, ਔਰ ਹਰ ਜਗ੍ਹਾ ਦੇ ਉੱਤੇ ਇਹ ਆਪਣਾ ਜਿਹੜਾ ਸਿੱਕਾ ਜਮਾ ਚੁੱਕੇ ਨੇ। ਜੀ ਤੇ ਇਸ ਦੇ ਵਿੱਚ ਮੈਨੂੰ ਤਾਂ ਕੁਝ ਹੋਰ ਨਜ਼ਰ ਨਹੀਂ ਆਉਂਦਾ। ਕਾਨੂੰਨ ਦੀ ਕੋਈ ਵਕਤ ਨਹੀਂ ਹੈ। ਕਿਹੜਾ ਕਾਨੂੰਨ ਆਪਣੇ ਮਤਲਬ ਹਿੰਦੁਸਤਾਨ ਕੁੱਲ ਮਿਲਾ ਕੇ ਤੁਹਾਨੂੰ ਇਹ ਲੱਗਦਾ ਹੈ ਕਿ ਵੀ ਜੋ ਦੱਸਿਆ ਜਾ ਰਿਹਾ ਹੈ ਕਿ ਇਸ ਕਾਨੂੰਨ ਤਹਿਤ ਇਹਨਾਂ ਨੂੰ ਹਾਂ। ਇੱਥੋਂ ਕੱਢਿਆ ਜਾਣਾ ਹੈ, ਉਹ ਸਿਰਫ ਇੱਕ ਬਹਾਨਾ ਹੈ, ਇਹ ਵੱਡੇ ਰੁਝਾਨ ਦਾ ਇੱਕ ਹਿੱਸਾ ਇਹ ਹੈ। ਵੱਡਾ ਰੁਝਾਨ, ਜਿਹੜੀ ਨਫ਼ਰਤ ਫੈਲਾਈ ਹੋਈ ਹੈ ਸਿੱਖਾਂ ਦੇ ਬਰਖਲਾਫ ਸਾਰੇ ਇੱਕ ਮੁਲਕ ਦੇ ਵਿੱਚ, ਇਹ ਉਸ ਦਾ ਹੀ ਇੱਕ ਨਤੀਜਾ ਹੈ। ਜੀ ਬਲਵੰਤ ਸਿੰਘ ਰਾਮੂਵਾਲੀਆ ਜੀ, ਤੁਹਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸੂਬੇ ਦੇ ਵਿੱਚ ਵੀ ਭਾਈਵਾਲ ਹੈ ਤੇ ਕੇਂਦਰ ਦੇ ਵਿੱਚ ਵੀ ਭਾਈਵਾਲ ਹੈ, ਤੇ ਇੱਕੋ ਇੱਕ ਪਾਰਟੀ ਹੈ ਭਾਜਪਾ ਤੋਂ ਬਿਨਾਂ ਜਿਹੜੀ ਇਹ ਕਹਿੰਦੀ ਹੈ ਕਿ ਜੋ ਭਾਜਪਾ ਫੈਸਲਾ ਕਰੇਗੀ ਚੋਣਾਂ ਦੌਰਾਨ, ਚੋਣਾਂ ਤੋਂ ਬਾਅਦ, ਅਸੀਂ ਉਹਦੇ ਨਾਲ ਰਹਾਂਗੇ ਬਿਨਾਂ ਸ਼ਰਤ। ਜਦੋਂ ਇਹ ਦੋਨਾਂ ਦਾ ਜਿਹੜਾ ਗੱਠਜੋੜ ਹੈ, ਇਹਨੂੰ ਹਿੰਦੂ ਸਿੱਖ ਦੀ ਜਿਹੜੀ ਉਹ ਸਾਂਝੀਵਾਲਤਾ ਦੇ ਤੌਰ ਦੇ ਉੱਤੇ ਵੀ ਪੇਸ਼ ਕੀਤਾ ਜਾ ਰਿਹਾ, ਤੁਸੀਂ ਇਸ ਮੁੱਦੇ ਦੇ ਉੱਤੇ ਕੀ ਕਹੋਗੇ? ਕਿਸ ਕਿਸਮ ਦੀ ਪਹੁੰਚ ਰਹੇਗੀ? ਵਿਸ਼ੇ ਨੂੰ ਤੁਸੀਂ ਬਦਲ ਦਿੱਤਾ ਥੋੜ੍ਹਾ ਜਿਹਾ। ਜੀ ਗੱਲ ਇਹ ਹੈ ਕਿ ਪੰਜਾਬ ਵਿੱਚ ਇੱਕ ਇਤਿਹਾਸ ਦੀ ਕੋਖ ਕੀਤੀ, ਮੁਲਾਂਕਣ ਕੀਤਾ। ਸਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਤਜਰਬਾ ਕਰਨਾ ਚਾਹਿਆ ਕਿ ਪੰਜਾਬੀ ਭਾਸ਼ਾ ਦੇ ਨਾਂ 'ਤੇ ਪੰਜਾਬ ਦੇ ਅੰਦਰ ਹੀ ਕੁੜੱਤਣ ਅਤੇ ਟਕਰਾਓ, ਇਹਨੂੰ ਰੋਕਿਆ ਜਾਵੇ। ਭਾਸ਼ਾ ਤੋਂ ਅੱਗੇ ਫਿਰ ਧਰਮ ਦੇ ਨਾਂ 'ਤੇ ਵੀ ਕਈ ਕੁਝ ਲੋਕ ਆਪਾਂ ਟਕਰਾਓ ਗੁਜਰਾਤ ਕਰ ਵਾਲੇ ਰਹੇ। ਮੁੱਦੇ ਤੇ ਆਈਏ ਸਿੱਧਾ। ਮੈਂ ਇਹ ਤੁਹਾਡੀ ਗੱਲ, ਇਸ ਲਈ ਇੱਥੇ ਅਸੀਂ ਸੋਚਿਆ ਕਿ ਹਿੰਦੂ ਵੀਰ ਬਹੁਤੇ ਬੀਜੇਪੀ ਵਿੱਚ ਹਨ ਜੀ ਤੇ ਸਿੱਖ ਬਹੁਤੇ ਅਕਾਲੀ ਦਲ ਵਿੱਚ ਹੈ। ਜੀ ਵੀ ਜੇ ਕੋਈ ਤੇ ਇੱਕ- ਕਾਂਗਰਸ ਦੇ ਵਿੱਚ ਕੌਣ ਨੇ ਫਿਰ? ਨਹੀਂ, ਮੈਂ ਬਹੁਤੇ ਕਿਹਾ, ਹਾਂਜੀ। ਮੈਂ ਨਹੀਂ ਕਿਹਾ ਵੀ ਜੀ ਕਾਂਗਰਸ 'ਚ ਵੀ ਹਿੰਦੂ ਹੈ ਤੇ ਸਿੱਖ ਹੈ, ਨਹੀਂ, ਮੈਂ ਮਤਲਬ ਬਹੁਤੇ ਇਹ ਸਿੱਧੇ ਕਿਹਾ। ਸਿੱਧੇ ਫਾਰਮੂਲੇ ਤਾਂ ਨਹੀਂ ਉਹ ਹੈਗੇ। ਆਪਾਂ ਵੀ ਗੁਜਰਾਤ ਵਾਲੇ ਮੁੱਦੇ ਤੇ ਆਈਏ। ਇਹ ਫਿਰ ਤੁਸੀਂ ਕਿਹਾ ਨਾ ਤੁਹਾਡੀ ਇੱਕ ਇਸ ਤਰ੍ਹਾਂ ਹੈ, ਹਾਂਜੀ ਇਸ ਕਰਕੇ ਇੱਕ ਅਲਾਇੰਸ ਬਣਿਆ। ਜੀ
ਉਹਦੇ ਐਨਡੀਏ 'ਚ ਅਕਾਲੀ ਦਲ ਸ਼ਾਮਲ ਹੈ। ਜੀ ਗੁਜਰਾਤ ਵਾਲੇ ਮੁੱਦੇ 'ਚ ਅਸੀਂ ਬੜੇ ਸਪਸ਼ਟ ਹਾਂ ਜੀ ਕਿ ਨਰਿੰਦਰ ਮੋਦੀ ਜੀ ਉੱਥੋਂ ਪੰਜਾਬੀ ਤੇ ਹਰਿਆਣਵੀ ਕਿਸਾਨਾਂ ਨੂੰ ਉਜਾੜਨਾ ਚਾਹੁੰਦੇ ਆ ਤੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਨਰਿੰਦਰ ਮੋਦੀ ਜੀ ਉਜਾੜ ਰਹੇ ਆ। ਜੀ ਜਿਵੇਂ ਪਹਿਲਾਂ ਕਿਹਾ ਗਿਆ ਕਿ ਤੁਸੀਂ ਜਿਹੜੀਆਂ ਜ਼ਮੀਨਾਂ ਲਈਆਂ, ਜਿਹੜਾ ਬੰਬੇ ਟੈਨੈਂਸੀ ਐਂਡ ਐਗਰੀਕਲਚਰਲ ਲੈਂਡ ਐਕਟ ਜਿਹੜਾ 1948 ਜੀ ਉਹਦੇ ਮੁਤਾਬਕ ਤੁਸੀਂ ਜ਼ਮੀਨਾਂ ਲਈਆਂ, ਫਿਰ ਉਹ ਵਿਦਰਭਾ ਦਾ ਆਇਆ, ਜੀ ਫਿਰ ਜਿਹੜਾ 1960 ਦਾ ਸੀਲਿੰਗ ਐਕਟ ਆਇਆ। ਜੀ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਚਲੋ ਜ਼ਮੀਨਾਂ ਲੈ ਲਈਆਂ, ਉਹਨਾਂ ਨੇ ਵੋਟਾਂ ਬਣ ਗਈਆਂ, ਪੂਰੇ ਸਬੂਤ ਆ ਉਹਨਾਂ ਕੋਲ ਲੋਨ ਲੈਣ ਦੇ, ਜੀ ਟਰੈਕਟਰ ਲੈਣ ਦੇ, ਤੇ ਉਹਨਾਂ ਦੇ ਘਰਾਂ ਦੇ, ਰਾਸ਼ਨ ਕਾਰਡ ਦੇ, ਪੜ੍ਹਾਈ ਦੇ, ਬੱਚਿਆਂ ਦੇ। ਹੁਣ ਜਦੋਂ ਕੱਢਿਆ ਤਾਂ ਇਹ ਕਹਿ ਕੇ ਕਿ ਤੁਸੀਂ ਇਹ ਜ਼ਮੀਨ ਨਹੀਂ ਸੀ ਲੈ ਸਕਦੇ ਕਿਉਂਕਿ ਤੁਸੀਂ ਗੁਜਰਾਤੀ ਕਿਸਾਨ ਨਹੀਂ। ਜੀ ਇਹ ਕੇਸ ਕਰਕੇ ਹੁਣ ਫਰੀਜ਼ ਕਰਤੇ ਰਿਕਾਰਡ, ਸਾਰੇ ਜਾਮ ਕਰਤੇ ਹੈ। ਹਾਈ ਕੋਰਟ ਵਿੱਚ ਗਿਆ, ਉੱਥੇ ਨਰਿੰਦਰ ਮੋਦੀ ਦੀ ਸਰਕਾਰ ਨੇ ਜਿੰਨੀਆਂ ਦਲੀਲਾਂ ਦਿੱਤੀਆਂ, ਜੱਜਾਂ ਨੇ ਸਾਰੀਆਂ ਇੱਕ ਤੋਂ ਬਾਅਦ ਇੱਕ ਰੱਦ ਕਰਤੀਆਂ। ਜੀ ਉਹਨਾਂ ਨੇ ਕਿਹਾ ਕਿਤੇ ਨਹੀਂ ਲਿਖਿਆ ਕਿ ਕੇਵਲ ਗੁਜਰਾਤੀ ਕਿਸਾਨ ਹੀ ਜ਼ਮੀਨ ਲੈਣਗੇ। ਦੂਜਾ, ਇਹ ਵੀ ਨਹੀਂ ਲਿਖਿਆ ਵੀ ਗੈਰ ਗੁਜਰਾਤੀ ਕਿਸਾਨ ਜ਼ਮੀਨ ਲੈਣਗੇ, ਜਾਂ ਇਹ ਵੀ ਲਿਖਿਆ ਵੀ ਗੁਜਰਾਤੀ ਹੀ ਲੈਣਗੇ। ਜੀ ਇਸ ਲਈ ਇਹ ਤੁਹਾਡੀ ਦਲੀਲ ਗਲਤ ਹੈ। ਜੀ ਦੂਜੀ, ਤੁਸੀਂ ਕਹਿੰਦੇ ਹੋ ਕਿ ਜੀ ਇਹ ਪਰਪ੍ਰਾਂਤੀ ਆ, ਦੂਜੇ ਸੂਬਿਆਂ ਦੇ। ਦੋ ਜੱਜਾਂ ਦੇ ਵਿੱਚੋਂ ਦੋ ਜੱਜਾਂ ਨੇ ਕਿਹਾ, ਦੋਨੋਂ ਜੱਜ ਕੁਦਰਤੀ ਗੈਰ ਗੁਜਰਾਤੀ ਸੀ। ਜੀ ਇੱਕ ਜੱਜ ਬੰਗਾਲੀ ਕਹਿੰਦਾ ਵੀ ਮੈਂ ਬੰਗਾਲ ਦੇ ਵਿੱਚ ਰਹਿਣ ਵਾਲਾ ਪਰ ਮੈਂ ਜੱਜ ਹਾਂ ਤੁਹਾਡੇ, ਜੀ ਤੇ ਇਹ ਕੇਰਲਾ ਦੇ ਰਹਿਣ ਵਾਲੇ ਮੇਰੇ ਸਾਥੀ। ਜੀ ਇਸ ਲਈ ਕੀ ਅਸੀਂ ਵੀ ਦੋਨੋਂ ਪਰਪ੍ਰਾਂਤੀ ਹਾਂ। ਜੀ ਸੋ ਇਹਨਾਂ ਸਾਰੀਆਂ ਗੱਲਾਂ ਦੇ ਪਿੱਛੇ ਮੈਂ ਫਿਰ ਸ਼ਬਦ ਵਰਤਦਾ ਕਿ ਮੋਦੀ ਨਰਿੰਦਰ ਜੀ ਟੁੱਚਰ ਡਾ ਕੇ ਪੰਜਾਬੀ ਕਿਸਾਨਾਂ ਨੂੰ ਉਜਾੜ ਕੇ, ਮੈਨੂੰ ਇਹ ਸ਼ੱਕ ਹੈ, ਮੈਂ ਨਹੀਂ ਕਹਿੰਦਾ ਵੀ ਮੇਰੀ ਸ਼ੱਕ ਅਕਾਲੀ ਦਲ ਦੀ ਸ਼ੱਕ ਹੈ, ਜੀ ਮੇਰੀ ਨਿੱਜੀ ਸ਼ੱਕ ਹੈ ਕਿ ਉਹ ਜਿਹੜਾ ਦੁਨੀਆ ਦੇ ਕਾਰਪੋਰੇਟ ਸੈਕਟਰ ਤੇ ਇੰਡਸਟਰੀਅਲ ਸੈਕਟਰ ਜਿਹੜਾ ਉਹਦਾ ਉਹ ਹੀਰੋ ਬਣਨਾ ਚਾਹੁੰਦੇ ਆ, ਜੀ ਉਹਦੇ ਤਹਿਤ ਇਹਨਾਂ ਨੂੰ ਉਜਾੜ ਕੇ ਜ਼ਮੀਨਾਂ ਉਹਨਾਂ ਨੂੰ ਦੇਣਾ ਚਾਹੁੰਦੇ ਆ। ਜੀ ਜਿਹੜੀ ਗੱਲ ਗੁਰਤੇਜ ਸਿੰਘ ਜੀ ਨੇ ਕੀਤੀ ਠੀਕ ਹੈ, ਜੀ ਇਹ ਨਲੀਆ ਤਹਿਸੀਲ ਹੈ। ਜੀ ਮੈਂ ਤਾਂ ਇਹਨੂੰ 7 ਮਹੀਨੇ ਤੋਂ ਲਿਆ ਹੋਇਆ ਕੇਸ ਨੂੰ, ਜੀ ਇਹਦੇ ਪਿੱਛੇ ਪਿਆ ਹੋਇਆ। ਨਲੀਆ ਤਹਿਸੀਲ ਵਿੱਚ ਇਹ ਜਿਹੜੀ ਜ਼ਮੀਨ ਸੀ ਤੇ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਨੇ ਸੱਦਾ ਦਿੱਤਾ ਕਿ ਹਿੰਦ ਪਾਕ ਜੰਗ 65 ਦੇ ਵਿੱਚ ਆਪਾਂ ਰਿਪਲਸਿਸ ਹੋ ਗਈਆਂ, ਤੁਸੀਂ ਇੱਥੇ ਆਓ। ਜੀ ਤਾਂ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੇ ਅਮੀ ਜੀ ਜ਼ਮੀਨਾਂ ਖਰੀਦੀਆਂ। ਜੀ ਮੈਂ ਫਿਰ ਕਹਿੰਦਾ ਖਰੀਦੀਆਂ, ਜੀ ਉਹਨਾਂ ਨੇ ਨਹੀਂ ਦਿੱਤੀਆਂ। ਇੰਤਕਾਲ ਹੋ ਗਿਆ ਔਰ ਬਕਾਇਦਾ ਮਾਲਕੀ ਹੋ ਗਈ ਹੈ। ਹੁਣ ਨਲੀਆ ਤਹਿਸੀਲ ਦੀ ਪੋਜੀਸ਼ਨ ਹੈ ਵੀ ਕਦੇ ਇਹ ਬੰਜਰ ਤਹਿਸੀਲ ਸੀ, ਜੀ ਅੱਜ ਇਹ ਸਾਰੇ ਗੁਜਰਾਤ ਵਿੱਚ ਸਭ ਤੋਂ ਵਧੀਆ ਕੁਆਲਿਟੀ ਪੱਖੋਂ ਤੇ ਪਰ ਏਕੜ ਯੀਲਡ ਪੱਖੋਂ ਦੂਜੇ ਨੰਬਰ ਦੀ ਸਭ ਤੋਂ ਵਧੀਆ ਏਰੀਆ। ਜੀ ਇਸ ਲਈ ਜਿਹੜੇ ਕਿਸਾਨ ਹੈ ਇਹਨਾਂ ਨੂੰ ਪੰਜਾਬੀ ਹੋਣ ਦੀ, ਹਰਿਆਣਵੀ ਹੋਣ ਦੀ, ਉਹ ਕਿਹੜਾ ਸੰਗ ਕਰਦੇ ਆ, ਘੁੰਡ ਲਾ ਕੇ ਕਹਿੰਦੇ ਆ ਤੁਸੀਂ ਪਰਪ੍ਰਾਂਤੀ ਹੈ, ਤੁਸੀਂ ਤੇ ਨਹੀਂ ਰਹਿ ਸਕਦੇ। ਇਹ ਦੇਸ਼ ਦੇ ਸੰਵਿਧਾਨ ਦੇ 14 ਤੋਂ ਲੈ ਕੇ 19 ਤੱਕ ਦਿੱਤੇ ਹੋਏ ਬੁਨਿਆਦੀ ਹਕੂਕ, ਉਹਨਾਂ ਦੀ ਉਲੰਘਣਾ ਕਰਕੇ ਇਹ ਪੰਜਾਬੀਆਂ ਨਾਲ, ਹਰਿਆਣਵੀਆਂ ਨਾਲ, ਜੀ ਕਿਸਾਨਾਂ ਨਾਲ ਵਿਤਕਰਾ ਹੋ ਰਿਹਾ। ਮੈਂ ਤੁਹਾਡੇ ਕੋਲ ਇਸ ਸਵਾਲ ਨਾਲ ਵਾਪਸ ਆਵਾਂਗਾ ਕਿ ਤੁਸੀਂ ਕੀ ਪਹਿਲ ਕਦਮੀਆਂ ਕਰੋਗੇ, ਪਰ ਹੁਣ ਮੈਂ ਪਹਿਲਾਂ ਇੱਕ ਵਾਰ ਜਾਣਾ ਚਾਹੁੰਦਾ ਬਲਵੀਰ ਸਿੰਘ ਰਾਜੇਵਾਲ ਹੋਣਾ ਕੋਲ। ਰਾਜੇਵਾਲ ਜੀ, ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੋਗੇ ਜਦੋਂ ਕਿਸਾਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਉਹ ਗੈਰ ਗੁਜਰਾਤੀ ਨੇ ਤੇ ਇਸ ਕਰਕੇ ਉਹਨਾਂ ਨੂੰ ਜ਼ਮੀਨਾਂ ਵੇਚ ਕੇ ਚਲੇ ਜਾਣਾ ਚਾਹੀਦਾ? ਦੇਖੋ ਜੀ, ਮੈਂ ਸਮਝਦਾ ਵੀ ਇਹ ਦੇਸ਼ ਵਿਰੋਧੀ ਕਦਮ ਹੈ ਮੋਦੀ ਸਰਕਾਰ ਦਾ। ਜੀ ਇਹ ਜਿਹੜੇ ਕਿਸਾਨ ਨੇ ਇਸ ਦੇਸ਼ ਦੇ ਵਾਸੀ ਨੇ। ਜਦੋਂ ਮੋਦੀ ਜੀ ਕਹਿੰਦੇ ਆ ਜੀ ਮੈਂ ਹਿੰਦੂ ਰਾਸ਼ਟਰਵਾਦੀ ਹੂੰ, ਰਾਸ਼ਟਰਵਾਦੀ ਉਹਨਾਂ ਦੇ ਹੋਣ ਦਾ ਗੁਜਰਾਤ ਤੋਂ ਬਾਅਦ ਇਹ ਕਿੱਥੇ ਚਲਾ ਜਾਂਦਾ ਪੈਮਾਨਾ? ਗੁਜਰਾਤ ਤੋਂ ਦੀ ਹੱਦ ਤੇ ਉਸ ਰਾਸ਼ਟਰ ਦੀਆਂ ਹੱਦਾਂ ਖਤਮ ਹੋ ਜਾਂਦੀਆਂ ਨੇ। ਜੀ ਇਹ ਦੇਸ਼ ਨੂੰ ਤੋੜਨ ਵਾਲੀ ਕਾਰਵਾਈ ਹੈ। ਅਸੀਂ ਅੱਜ ਇੱਕ 5 ਮੈਂਬਰੀ ਟੀਮ ਬਣਾ ਦਿੱਤੀ ਜਿਹੜੀ ਕੱਲ ਹੀ ਗੁਜਰਾਤ ਜਾ ਰਹੀ ਹੈ। ਉੱਥੇ ਦੇ ਕਿਸਾਨਾਂ ਨੂੰ ਮਿਲ ਕੇ ਉਹਨਾਂ ਨੂੰ ਭਰੋਸਾ ਦਊ ਵੀ ਅਸੀਂ ਤੁਹਾਡੇ ਨਾਲ ਆ। ਜੇ ਲੋੜ ਪਈ ਐਜੀਟੇਸ਼ਨ ਕਰਨੀ ਪਈ, ਪੰਜਾਬ ਤੋਂ ਜੱਥੇ ਸਿੱਧੇ ਉੱਥੇ ਗੁਜਰਾਤ 'ਚ ਭੇਜਾਂਗੇ ਔਰ ਕਿਸੇ ਕੀਮਤ ਤੇ ਇਹ ਜਿਹੜਾ ਧੱਕਾ ਹੈ ਅਸੀਂ ਨਹੀਂ ਹੋਣ ਦਿਆਂਗੇ। ਔਰ ਮੈਂ ਸਮਝਦਾ ਵੀ ਇਹ ਇੰਨਾ ਵਾਹੀਆਤ ਕਦਮ ਹੈ, ਦੇਸ਼ ਧਰੋਹੀ ਵਾਲਾ ਕਦਮ ਹੈ। ਇਹਦੇ ਤੇ ਕੇਂਦਰ ਸਰਕਾਰ ਨੂੰ ਸੂਓ ਮੋਟੋ ਨੋਟਿਸ ਲੈਣਾ ਚਾਹੀਦਾ ਹੈ।
ਜੀ ਜੀ ਰਾਜੇਵਾਲ ਜੀ, ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਰਾਮੂ ਵਾਲੀਆ ਜੀ, ਇੱਕ ਮਸਲਾ ਜਿਹੜਾ ਉੱਥੇ ਦੇ ਕਿਸਾਨਾਂ ਦੇ ਬਿਆਨਾਂ ਰਾਹੀਂ ਸਾਡੇ ਸਾਹਮਣੇ ਆਉਂਦਾ ਹੈ ਉਹ ਇਹ ਹੈ ਕਿ ਇੱਕ ਪਾਸੇ ਤੇ ਸੂਬਾ ਸਰਕਾਰ ਨੇ ਇਹ ਮਾਮਲਾ ਅਦਾਲਤ ਦੇ ਵਿੱਚ ਲੈ ਕੇ ਜਾਣਾ ਹੈ, ਦੂਜੇ ਪਾਸੇ ਆਮ ਕਿਸਾਨਾਂ ਨੇ ਲੈ ਕੇ ਜਾਣਾ। ਉਹ ਕਹਿੰਦੇ ਵੀ ਸਾਡੀ ਤਾਂ ਇਹ ਬਿੱਥੋਂ ਬਾਹਰੀ ਗੱਲ ਹੈ ਕਿ ਵੀ ਅਸੀਂ ਉੱਥੇ ਜਾ ਕੇ ਐਡਾ ਮੁਕੱਦਮਾ ਲੜੀਏ, ਵੱਡੇ ਵਕੀਲ ਕਰੀਏ। ਹੁਣ ਜਦੋਂ ਉਹ ਇਸ ਮੁਸ਼ਕਿਲ ਦੇ ਵਿੱਚ ਫਸੇ ਹੋਏ ਕਿਸਾਨ ਨੇ, ਸ਼੍ਰੋਮਣੀ ਅਕਾਲੀ ਦਲ ਕੀ ਪਹਿਲ ਕਦਮੀ ਕਰੂਗਾ ਉਹਨਾਂ ਦੀ ਮਦਦ ਕਰਨ ਦੀ? ਇਹ ਕਿਸਾਨ 4 ਦਫਾ ਮੈਂ ਇਹਨਾਂ ਨੂੰ ਮਿਲੇ ਜੀ। ਹੁਣ ਮੈਨੂੰ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਇਹ ਜਿਹੜਾ ਜ਼ਿੰਮੇਵਾਰੀ ਦੇਤੀ ਕਿ ਮੈਂ ਹੀ ਇਹਦਾ ਪਿੱਛਾ ਕਰਨਾ ਹੈ, ਮੈਂ ਹੀ ਇਹਦੀ ਦੇਖਭਾਲ ਕਰਨੀ ਹੈ ਜੀ। ਉੱਥੋਂ 11 ਕਿਸਾਨਾਂ ਦਾ ਇੱਕ ਵਫਦ ਆਇਆ ਹੋਇਆ ਹੈ ਦਿੱਲੀ ਜੀ। ਤੇ ਜੇ ਰਾਜੇਵਾਲ ਸਾਹਿਬ ਸੁਣਦੇ ਹੋਣ ਤਾਂ ਮੈਂ ਉਹਨਾਂ ਨੂੰ ਕਹਿਣਾ ਹੈ 5 ਮੈਂਬਰੀ ਡੈਲੀਗੇਸ਼ਨ ਨੂੰ ਕੱਲ ਮੇਰੇ ਘਰੇ ਉੱਥੇ ਦਿੱਲੀ ਭੇਜ ਦਿਓ, ਇਹ ਮਿਲ ਜਾਣਗੇ ਉੱਥੇ। ਹਲੇ ਇਮੀਡੀਏਟ ਗੁਜਰਾਤ ਜਾਣ ਦੀ ਲੋੜ ਨਹੀਂ ਜੀ। ਉਹਨਾਂ ਨੂੰ ਠਹਿਰਾਇਆ ਗਿਆ। ਕੱਲ ਵਕੀਲ ਜਿਹੜੇ ਆ, ਕੋਈ ਇਹਨੂੰ ਮੈਂ ਸਾਡੇ ਦੋਸਤਾਂ ਨੂੰ ਕਹੂੰ, ਇਹਨੂੰ ਸਿਆਸੀ ਤੌਰ ਤੇ ਵੀ ਅਕਾਲੀ ਦਲ ਦੇ ਉੱਤੇ ਕੋਈ ਇਹ ਤਾਂ ਮਜ਼ਾ ਲੈਣ ਲਈ ਵੀ ਅਕਾਲੀ ਫਸੇ ਵੇ ਇਹਦੇ 'ਚ ਬੀਜੇਪੀ ਨਾਲ ਹੈਗੇ ਆ। ਗੱਲ ਵੱਡੀ ਕਰੀਏ ਉਹ ਮੈਂ ਤਾਂ ਕਹਿ ਨਹੀਂ ਚਾਹੁੰਦਾ। ਦੇਖੋ, ਜਦੋਂ ਕਾਂਗਰਸ ਗੱਲ ਕਰੇਗੀ ਜਾਂ ਹੋਰ ਕੋਈ ਸਿਆਸੀ ਪਾਰਟੀ ਕਰੇਗੀ, ਉਹ ਬਿਲਕੁਲ ਤੁਹਾਨੂੰ ਫਸਾਉਣ ਦੀ ਗੱਲ ਕਰੇਗੀ, ਪਰ ਪੰਜਾਬ ਦੇ ਵਿੱਚ ਸਰਕਾਰ ਹੋਣ ਦੇ ਨਾਤੇ ਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਦੇ ਨਾਤੇ ਤੇ ਕਿਸਾਨਾਂ ਦੀ ਨੁਮਾਇੰਦਗੀ ਕਰਨ ਦੇ ਨਾਤੇ ਤੁਹਾਡੀ ਸਾਰਿਆਂ ਨੂੰ ਵੱਧ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ। ਮੈਂ ਅਮੀ ਜੋ ਤੇ ਆ ਰਿਹਾ ਜੀ। ਮਤਲਬ ਅਸੀਂ ਕੀ ਕੀਤਾ ਸੀ, ਉਹਨਾਂ ਨੂੰ ਪੁੱਛਿਆ ਵੀ ਇਹ ਮੁਸੀਬਤ ਕੀ ਹੈ। ਮੈਂ ਆਪ ਇੱਕ ਦਿਨ ਪੂਰਾ ਲਾ ਕੇ ਹੁਣ ਉੱਥੇ ਪਤਾ ਸੱਚੀ ਗੱਲ ਹੋਰ ਦੱਸਣ ਲੱਗਿਆ ਉਦੋਂ ਵੱਡੀ ਜੀ। ਉਹ ਡਰੀ ਜਾਂਦੇ ਆ ਕਿਸਾਨ ਵੀ ਜਿਹੜਾ ਅਸੀਂ ਵਕੀਲ ਕਰਦੇ ਆ ਕਿਤੇ ਗੁਜਰਾਤ ਦੀ ਸਰਕਾਰ ਉਹ ਸਾਡੇ ਵਾਲਾ ਵਕੀਲ ਹੀ ਨਾ ਖਰੀਦ ਲੇ ਜੀ। ਉਹ ਮੁੱਕੀ ਉਹ ਕੁਛ ਕਰੇ ਹੀ ਨਾ, ਉੱਥੇ ਤੇ ਕੇਸ ਹਾਰ ਜੀਏ ਜੀ। ਹੁਣ ਸਾਰਾ ਟਿੱਲ ਲੱਗਿਆ ਹੋਇਆ ਮੋਦੀ ਸਾਹਿਬ ਦਾ ਜੀ। ਕਿ ਇਹ ਕੇਸ ਜਿਹੜਾ ਇਹ ਸੁਪਰੀਮ ਕੋਰਟ ਚੋਂ ਜਿੱਤਣਾ ਹੀ ਜਿੱਤਣਾ। ਮੈਂ ਤਾਂ ਆਪ ਤੁਹਾਨੂੰ ਕਹਿਣਾ ਇਹਨਾਂ ਹਾਲਾਤਾਂ 'ਚ ਮੈਂ ਪੂਰਾ ਦਿਨ ਲਾਇਆ ਤੇ ਦਿਨ ਲਾ ਕੇ ਅਸੀਂ 2-3 ਚੰਗੇ ਵਕੀਲ ਲੱਭ ਲਏ ਜਿਹੜੇ ਵਿਕਣਗੇ ਨਹੀਂ। ਅਸੀਂ ਉਹਨਾਂ ਨੂੰ ਕਿਹਾ ਵੀ ਜੇ ਤੁਹਾਨੂੰ ਕੋਈ ਪੈਸੇ ਟਕੇ ਦੀ ਗੱਲ ਹੋ ਅਸੀਂ ਕਰਾਂਗੇ। ਕੋਈ ਗੱਲ ਠੀਕ ਹੋਗੀ ਕਿ ਕਾਨੂੰਨੀ ਤੌਰ ਦੇ ਉੱਤੇ ਲੜਾਈ ਇਦਾਂ ਲੜੀ ਜਾਏਗੀ, ਪਰ ਜਿੱਦਾਂ ਤੁਸੀਂ ਇਹ ਸਾਰੇ ਮਸਲੇ ਦੀ ਪੇਸ਼ਕਾਰੀ ਕੀਤੀ ਹੈ, ਜਿਵੇਂ ਗੁਰਤੇਜ ਸਿੰਘ ਹੋਣਾ ਨੇ ਕਿਹਾ, ਉਸ ਤੋਂ ਮਸਲਾ ਇਹ ਸਿਰਫ ਕਾਨੂੰਨੀ ਨਹੀਂ ਲੱਗਦਾ, ਇਹਦੇ ਪਿੱਛੇ ਇੱਕ ਪੂਰੀ ਸਿਆਸਤ ਲੱਗਦੀ ਹੈ। ਤੁਸੀਂ ਆਪ ਕਿਹਾ ਕਿ ਨਰਿੰਦਰ ਮੋਦੀ ਤੁਹਾਨੂੰ ਇਹ ਗੱਲ ਦਾ ਖਦਸ਼ਾ ਹੈ ਕਿ ਉਹ ਕਿਸਾਨਾਂ ਤੋਂ ਲੈ ਕੇ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੇ ਨੇ। ਜਦੋਂ ਇੱਕ ਸਿਆਸੀ ਆਗੂ ਇਸ ਤਰੀਕੇ ਨਾਲ ਕਾਨੂੰਨ ਦਾ ਸਹਾਰਾ ਲੈ ਕੇ ਇੱਕ ਸਿਆਸੀ ਕੰਮ ਕਰ ਰਿਹਾ ਹੈ, ਜਿਹਦੇ ਤੁਸੀਂ ਸਿਆਸੀ ਭਾਈਵਾਲ ਹੋ, ਸਿਆਸੀ ਪੱਧਰ ਦੇ ਉੱਤੇ ਤੁਸੀਂ ਇਹਨੂੰ ਕਿਵੇਂ ਲੈ ਕੇ ਜਾਏਂਗੇ? ਅੱਜ ਮੈਂ ਹਰਕਿਸ਼ਨ ਸਿੰਘ ਸੁਰਜੀਤ ਦੀ ਬਰਸੀ ਸੀ ਜੀ। ਮੈਂ ਤਾਂ ਉੱਥੇ ਵੀ ਬਰਿੰਦਾ ਕਰਾਤ ਜੀ ਨੂੰ ਮਿਲਿਆ ਵੀ ਤੁਸੀਂ ਜਿਹੜੀ ਕਿਸਾਨ ਸਭਾਵਾਂ ਤੁਹਾਡੀਆਂ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਦੇ ਤੌਰ ਦੇ ਉੱਤੇ ਉਹਨਾਂ ਨੂੰ ਮਿਲੇ ਜਾਂ ਆਪਣੇ ਨਿੱਜੀ? ਮੈਂ ਨਿੱਜੀ ਮਿਲਿਆ ਜੀ। ਮੈਂ ਨਿੱਜੀ ਤੌਰ ਤੇ ਮਿਲਿਆ, ਮੇਰੇ ਤਾਲੁਕਾਤ ਤਾਂ ਕਮਿਊਨਿਸਟਾਂ ਨਾਲ, ਲੇਕਿਨ ਮੈਨੂੰ ਅਕਾਲੀ ਦਲ ਵੱਲੋਂ ਪੂਰੇ ਅਧਿਕਾਰ ਆ ਵੀ ਇਹਨੂੰ ਜਿਵੇਂ ਹੋ ਸਕੇ ਮਸਲਾ ਜਿੱਤਣਾ। ਮੈਂ ਬਰਿੰਦਾ ਕਰਾਤ ਜੀ ਨੂੰ ਕਿਹਾ ਵੀ ਤੁਹਾਡੀ ਉੱਥੇ ਪਾਰਟੀ ਦੀ ਇਕਾਈ ਹੈ ਜੀ ਗੁਜਰਾਤ ਵਿੱਚ, ਉਹਨਾਂ ਨੂੰ ਕਹੋ ਵੀ ਜੇ ਤੁਸੀਂ ਧਰਮ ਨਿਰਪੱਖਤਾ ਲਈ ਸ਼ਾਬਾਸ਼ ਹੈ ਤੁਹਾਡੇ, ਤੁਸੀਂ ਲੜਦੇ ਹੈ ਤੇ ਇਹਨਾਂ ਨੂੰ ਵੀ ਧਰਮ ਨਿਰਪੱਖਤਾ ਦੇ ਪੱਖੋਂ ਉੱਥੋਂ ਦੇ ਕਿਸਾਨ ਇਕਾਈ ਤੁਹਾਡੀ ਕਮਿਊਨਿਸਟਾਂ ਦੀ ਲਾਲ ਝੰਡੇ ਵਾਲੇ ਕਹਿਣ ਕਿ ਇਹ ਕਿਸਾਨ ਇੱਥੇ ਰਹਿਣਗੇ, ਮੋਦੀ ਇਹਨਾਂ ਨੂੰ ਕੱਢ ਨਹੀਂ ਸਕਦਾ। ਇਸੇ ਤਰ੍ਹਾਂ ਜਿਹੜੀਆਂ ਹੋਰ ਪੰਜਾਬ ਦੇ ਪੀਲੇ ਝੰਡੇ ਵਾਲੇ ਨਹੀਂ ਇਹ ਗੱਲ ਕਹਿਣਗੇ ਕਿ ਵੀ ਅਸੀਂ ਇਹਨਾਂ ਦੇ ਨਾਲ ਆ, ਮੋਦੀ ਇਹਨਾਂ ਨੂੰ ਕੱਢ ਕੇ ਦਿਖਾਵੇ। ਪੀਲੇ ਝੰਡੇ ਵਾਲੇ ਨੇ ਤਾਂ ਕਹਿਤਾ ਵੀ ਰਾਮੋਲੇ ਸਾਹਿਬ ਜਾ ਕੇ ਨਹੀਂ, ਤੁਸੀਂ ਤਾਂ ਸਿਰਫ ਅਦਾਲਤ ਦੀ ਹਲੇ ਤੱਕ ਉਹਦੀ ਗੱਲ ਕੀਤੀ ਹੈ। ਨਹੀਂ, ਮੈਂ ਨਹੀਂ ਉਹਦਾ ਸਿਆਸੀ ਪੱਧਰ ਦੇ ਉੱਤੇ ਕਿਵੇਂ ਉਹਨੂੰ ਲੈ ਕੇ ਜਾਏਂਗੇ ਇਹ ਤੁਸੀਂ ਗੱਲ ਨਹੀਂ ਕਰ ਰਹੇ। ਮੈਂ ਲਫ਼ਜ਼ ਵਰਤਿਆ ਕਿ ਤੁਸੀਂ ਇਹ ਕਹੇਂਗੇ ਕਿ ਵੀ ਜਿਹੜਾ ਬੰਦਾ ਗੁਜਰਾਤ ਦੇ ਵਿੱਚੋਂ ਕਿਸਾਨਾਂ ਨੂੰ ਇਸ ਰੂਪ 'ਚ ਉਜਾੜ ਰਿਹਾ ਹੈ, ਅਸੀਂ ਉਹਦੀ ਮਦਦ ਨਹੀਂ ਕਰਾਂਗੇ ਜੇ ਉਹ ਆਪਣੀ ਨੀਤੀ ਪਿੱਛੇ ਨਹੀਂ ਲੈ ਕੇ ਜਾਂਦਾ। ਇਹ ਫੈਸਲਾ ਕਰਨਾ ਮੇਰੇ ਅਖਤਿਆਰ ਤੋਂ ਬਾਹਰ ਹੈ। ਮੇਰਾ ਅਖਤਿਆਰ ਇਹ ਹੈ ਕਿ ਮੈਂ ਤੁਹਾਡੇ ਸਾਹਮਣੇ ਬੇਬਾਕ ਕਹਿ ਦਿੱਤਾ ਟੁੱਚਰ ਡਾਈ ਜਾ ਰਹੀ ਹੈ, ਉਹਨਾਂ ਨੂੰ ਕੱਢਿਆ ਜਾ ਰਿਹਾ, ਔਰ ਜਿਹੜੇ ਕਾਨੂੰਨ ਹੈ ਪਰ ਪ੍ਰਾਂਤੀ ਪਰ ਤੁਸੀਂ ਹੋਰ ਸਾਰੀਆਂ ਗੱਲਾਂ ਜਿਹੜੀ ਡਿਪਲੋਮੇਸੀ ਹੈ ਤੁਸੀਂ ਆਪਣੀ ਉਹ ਕਰ ਗਏ ਹੋ ਕਿ ਕਿੰਨੀ ਕਿ ਤੁਸੀਂ ਪਹੁੰਚ ਕਰੋਗੇ। ਗੁਰਤੇਜ ਜੀ, ਤੁਸੀਂ ਇਸ ਮਾਮਲੇ 'ਚ ਦੱਸੋ ਕਿ ਪੰਜਾਬ ਦੇ ਵਿੱਚੋਂ, ਕਿਉਂਕਿ ਪੰਜਾਬ ਦਾ ਇੱਕ ਹਮਦਰਦੀ ਵਾਲਾ ਪੰਜਾਬ ਉਹਨਾਂ ਦਾ ਜੱਦੀ ਸੂਬਾ, ਉਹ ਬੰਦਿਆਂ ਦਾ ਸਾਡੀ ਪੰਜਾਬ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ, ਕਿਸ ਕਿਸਮ ਦਾ ਇੱਥੋਂ ਪਹਿਲ ਕਦਮੀ ਹੋਣੀ ਚਾਹੀਦੀ ਹੈ ਤੇ ਕੀ ਤੋਂ ਤਵੱਕੋ ਹੋਣੀ ਚਾਹੀਦੀ ਹੈ, ਜਾਂ ਸਾਰੀਆਂ ਪਾਰਟੀਆਂ ਨੂੰ ਇਹਦੇ ਵਿੱਚ ਹਿੱਸਾ ਪਾਉਣਾ ਚਾਹੀਦਾ? ਨਹੀਂ, ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਅਕਾਲੀ ਦਲ ਦੀ ਬਣਦੀ ਹੈ ਜੀ, ਕਿਉਂਕਿ ਇੰਨੇ ਸਾਲਾਂ ਤੱਕ ਹੁਣ ਇਹ ਆਪਣੇ ਆਪ ਨੂੰ ਪੰਜਾਬੀ ਪਾਰਟੀ ਕਹਿ ਲੈਣ, ਕੁਝ ਕਹਿ ਲੈਣ, ਲੇਕਿਨ ਇੰਨੇ ਸਾਲਾਂ ਤੱਕ ਇਹ ਸਿੱਖਾਂ ਦੀ ਮਦਦ ਦੇ ਨਾਲ ਪਾਵਰ ਦੇ ਵਿੱਚ ਆਉਂਦੇ ਰਹੇ ਨੇ, ਔਰ ਇਹਨਾਂ ਦੀ ਜਿਹੜੀ ਉਹ ਸਿੱਖ ਬੇਸ ਹੈ ਉਹ ਅਜੇ ਤੱਕ ਕਾਇਮ ਹੈ। ਤਾਂ ਸਭ ਤੋਂ ਵੱਧ ਵੋਟਾਂ ਇਹਨਾਂ ਨੂੰ ਪਈਆਂ,
ਇਹਨਾਂ ਦਾ ਅਧਿਕਾਰ ਵੀ ਹੈ ਤੇ ਇਹਨਾਂ ਦੀ ਜ਼ਿੰਮੇਵਾਰੀ ਵੀ ਹੈ ਜੀ। ਕਿ ਇਹ ਜਾ ਕੇ ਉਹਨਾਂ ਕਿਸਾਨਾਂ ਦੀ ਸਾਰ ਲੈਣ। ਤੁਹਾਨੂੰ ਕੀ ਲੱਗਦਾ ਫਿਰ ਕਿ ਜਿਸ ਸਿਆਸੀ rate- ਪੱਧਰ ਦੇ ਉੱਤੇ ਕੀ ਦਖਲਅੰਦਾਜ਼ੀ ਹੋਣੀ ਚਾਹੀਦੀ ਹੈ? ਇੱਕ ਤਾਂ ਹੈਗਾ ਕਿ ਕਾਨੂੰਨੀ ਸਿਆਸੀ ਪੱਧਰ ਦੇ ਉੱਤੇ ਤਾਂ ਸਿੱਧੀ ਗੱਲ ਬਣਦੀ ਹੈ ਜੀ ਕਿ ਜੀ ਜੇ ਤੁਸੀਂ ਸਾਡੇ ਕਿਸਾਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇ ਰਾਸ਼ਟਰਵਾਦੀ ਹਿੰਦੂ ਹੋ ਜੀ। ਕਿ ਤੁਸੀਂ ਸਾਡੇ ਕਿਸਾਨਾਂ ਨੂੰ ਉੱਥੇ ਅਕੋਮੋਡੇਟ ਨਹੀਂ ਕਰ ਸਕ ਰਹੇ, ਜਿਨ੍ਹਾਂ ਨੂੰ ਤੁਸੀਂ ਆਪ ਬੁਲਾਇਆ ਜੀ ਔਰ ਜਿਨ੍ਹਾਂ ਨੇ ਇਹ ਇਲਾਕਾ ਉਹ ਹੈ ਜਿਹੜਾ ਕਿ ਪਾਕਿਸਤਾਨ ਨੇ ਕਬਜ਼ਾ ਕਰ ਲਿਆ ਸੀਗਾ 1965 ਦੇ ਵਿੱਚ। ਜੀ ਔਰ ਖਾਸ ਤੌਰ ਦੇ ਉੱਤੇ ਇਹਨਾਂ ਨੂੰ ਲਿਜਾਇਆ ਗਿਆ ਸੀਗਾ, ਸ਼ਾਸਤਰੀ ਜੀ ਲੈ ਕੇ ਗਏ ਸੀਗੇ ਉਸ ਵੇਲੇ ਜਨਰਲ ਹਰਬਖਸ਼ ਸਿੰਘ ਤੋਂ ਬਹੁਤ ਪ੍ਰਭਾਵਿਤ ਸੀ ਉਹ। ਔਰ ਜੋ ਉਸਨੇ ਇੱਥੇ ਇੱਕ ਲੜਾਈ ਦਿੱਤੀ ਸੀ, ਇੱਥੇ ਵੀ ਫੈਸਲਾ ਹੋ ਗਿਆ ਸੀਗਾ, ਖੇਮ ਕਰਨ ਇੱਥੇ ਵੀ ਫੈਸਲਾ ਹੋ ਗਿਆ ਸੀ ਕਿ ਤੁਸੀਂ ਰਾਵੀ ਤੋਂ ਪਿੱਛੇ ਆ ਜਾਓ, ਤੇ ਲੇਕਿਨ ਲੋਕਾਂ ਨੇ ਨਹੀਂ ਛੱਡਿਆ। ਉਹ ਇਸ ਦੇ ਉੱਤੇ ਬੜੇ ਪ੍ਰਭਾਵਿਤ ਸੀਗੇ ਕਿ ਪੰਜਾਬੀ ਲੋਕ ਹੀ ਲੜ ਸਕਦੇ ਆ ਇਸ ਤਰ੍ਹਾਂ ਦੀ ਲੜਾਈ, ਔਰ ਇਸ ਕਾਰਨ ਵੀ ਉਹਨਾਂ ਨੂੰ ਉੱਥੇ ਵਸਾਇਆ ਗਿਆ ਸੀ। ਸੋ ਇਹ ਦੇਸ਼ ਨੂੰ ਕਮਜ਼ੋਰ ਕਰਨ ਵਾਲੀ ਵੀ ਗੱਲ ਹੈ ਜੇ ਇੱਕ ਪੱਖੋਂ ਦੇਖਿਆ ਜਾਵੇ ਜੀ ਤਾਂ ਇਸ ਦੇ ਵਿੱਚ ਸਿਆਸੀ ਮਸਲਾ ਸਿੱਧਾ ਇਹ ਹੈ ਕਿ ਉਸ ਬੰਦੇ ਨੂੰ ਕਹਿਣਾ ਚਾਹੀਦਾ ਹੈ ਕਿ ਭਾਈ ਤੂੰ ਕਿਸ ਤਰ੍ਹਾਂ ਦਾ ਰਾਸ਼ਟਰਵਾਦੀ ਹੈ ਕਿ ਤੈਨੂੰ ਮੁਸਲਮਾਨਾਂ ਨਾਲ ਵੀ ਝਗੜਾ ਤੇਰਾ, ਤੂੰ ਸਿੱਖਾਂ ਨੂੰ ਵੀ ਅਕੋਮੋਡੇਟ ਨਹੀਂ ਕਰ ਸਕਦਾ। ਈਸਾਈਆਂ ਦੇ ਨਾਲ ਜਦੋਂ ਪਤਾ ਲੱਗੇਗਾ ਉਹ ਪਤਾ ਨਹੀਂ ਕੀ ਉੱਥੇ ਬੀਤ ਰਿਹਾ। ਸਾਡੇ ਨਾਲ ਸੁਖਪਾਲ ਖਹਿਰਾ ਜੀ ਕਾਂਗਰਸ ਦੇ ਆਗੂ ਜੁੜੇ ਹੋਏ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਸੁਖਪਾਲ ਜੀ, ਜਿਹੜਾ ਇਹ ਮਸਲਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਇਹ ਕਹਿ ਰਿਹਾ ਹੈ ਕਿ ਅਸੀਂ ਅਦਾਲਤ ਦੇ ਵਿੱਚ ਇਸ ਮਾਮਲੇ ਦੇ ਉੱਤੇ ਜਾ ਕੇ ਉਹ ਕਿਸਾਨਾਂ ਦੀ ਮਦਦ ਕਰਾਂਗੇ, ਤੁਸੀਂ ਇਹ ਦੱਸੋ ਕਿ ਕਾਂਗਰਸ ਇਸ ਮਾਮਲੇ ਦੇ ਵਿੱਚ ਕਿਸ ਕਿਸਮ ਦੀਆਂ ਪਹਿਲ ਕਦਮੀਆਂ ਕਰੇਗੀ ਤੇ ਕੀ ਜ਼ਿੰਮੇਵਾਰੀਆਂ ਸਮਝਦੀ ਹੈ ਜੋ ਪੰਜਾਬ ਨੂੰ ਨਿਭਾਉਣੀਆਂ ਚਾਹੀਦੀਆਂ ਨੇ? ਦੇਖੋ, ਪਹਿਲਾਂ ਤਾਂ ਬਹੁਤ ਗੰਭੀਰ ਮਸਲਾ ਜੀ ਕਿ 1000 ਦੇ ਲਗਭਗ ਸਿੱਖ ਪਰਿਵਾਰ ਜਿਹੜੇ ਗੁਜਰਾਤ ਚੋਂ ਜਿਹੜੇ 50 ਸਾਲ ਪਹਿਲਾਂ ਉੱਥੇ ਵਸੇ ਹੋਏ ਸਨ, ਜ਼ਮੀਨ ਆਬਾਦ ਕੀਤੀ, ਮਿਹਨਤ ਕੀਤੀ, ਉਹਨਾਂ ਨੂੰ ਅਪਰੂਵ ਕੀਤਾ ਜਾ ਰਿਹਾ, ਇਵਿਕਟ ਕੀਤਾ ਜਾ ਰਿਹਾ, ਉਹ ਬਹੁਤ ਮੰਦਭਾਗੀ ਗੱਲ ਆ ਜੀ। ਦੂਸਰਾ ਕਿ ਜਿਹੜਾ ਅਕਾਲੀ ਦਲ ਇਹ ਕਹਿ ਰਿਹਾ ਕਿ ਇਸ ਅਦਾਲਤ ਵਿੱਚ ਜਾਵਾਂਗੇ, ਜਦ ਇਹ ਜਿਹੜਾ ਬੰਬੇ ਟੈਨੈਂਸੀ ਲੈਂਡਸ ਐਕਟ 1948 ਇਟਸ ਅ ਸਟੇਟ ਐਕਟ, ਗੁਜਰਾਤ ਬੀਜੇਪੀ ਦੀ ਸਰਕਾਰ ਹੈ, ਬੀਜੇਪੀ ਅਕਾਲੀਆਂ ਦਾ ਭਾਈਵਾਲ ਅਲਾਇੰਸ ਪਾਰਟਨਰ ਹੈ ਜੀ। ਕੌਣ ਰੋਕਦਾ ਹੈ ਸ਼੍ਰੀ ਨਰਿੰਦਰ ਮੋਦੀ ਨੂੰ ਕਿ ਉਹ ਇਸ ਐਕਟ ਵਿੱਚ ਅਮੈਂਡਮੈਂਟ ਕਰਕੇ ਤੇ ਇਹਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਕੋਲ ਰਹਿਣ ਦੇਣ, ਉਹਨਾਂ ਦੇ ਅਕਾਊਂਟਸ ਨਾ ਫਰੀਜ਼ ਕਰਨ, ਡੀਪ ਫਰੀਜ਼ ਕਰ ਦੇਣ ਔਰ ਸਾਰੀ ਜਿਹੜੀ ਮਲਕੀਅਤ ਹੈ ਇਹਨਾਂ ਦੇ ਕੋਲ ਬਹਾਲ ਕਰ ਦੇਣ, ਚਾਹੇ ਭਾਵੇਂ ਉਹ ਕੋਰਟ 'ਚ ਫੈਸਲਾ ਇਹਨਾਂ ਦੇ ਖਿਲਾਫ ਹੋਇਆ ਜਾਂ ਸੁਪਰੀਮ ਕੋਰਟ ਦੇ ਵਿੱਚ ਆਣ ਕੇ ਕੇਸ ਨੂੰ ਇਹਨਾਂ ਦੀ ਮਦਦ ਕਰ ਦੇਣ। ਗੁਜਰਾਤ ਬੀਜੇਪੀ ਗਵਰਨਮੈਂਟ ਆਣ ਕੇ ਇਹ ਸਟੈਂਡ ਲਵੇ ਉੱਥੇ ਕਿ ਅਸੀਂ ਇਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਉਹ ਅਸੀਂ ਇਹਨਾਂ ਨੂੰ ਵਾਪਸ ਰਿਸਟੋਰ ਕਰ ਦੇਣੇ। ਉਸ ਮਾਮਲੇ 'ਚ ਤਾਂ ਖਹਿਰਾ ਜੀ ਬਿਲਕੁਲ ਹੀ ਸਪਸ਼ਟ ਮਸਲਾ ਹੈ ਕਿ ਗੁਜਰਾਤ ਸਰਕਾਰ ਦੇ ਖਿਲਾਫ ਜਿਹੜਾ ਹਾਈ ਕੋਰਟ ਨੇ ਫੈਸਲਾ ਦਿੱਤਾ, ਜੇ ਉਹ ਇਹ ਮੰਨੇ ਕਿ ਇਹ ਕਿਸਾਨਾਂ ਦਾ ਹੱਕ ਬਣਦਾ ਇਹਨਾਂ ਜ਼ਮੀਨਾਂ ਦੇ ਉੱਤੇ, ਤਾਂ ਸਿਰਫ ਉਹਨਾਂ ਨੇ ਆਪਣਾ ਕੇਸ ਅਦਾਲਤ ਤੱਕ ਲੈ ਕੇ ਨਹੀਂ ਜਾਣਾ, ਸਰਵਉੱਚ ਅਦਾਲਤ ਤੱਕ, ਪਰ ਉਹਨਾਂ ਨੇ ਕਿਹਾ ਕਿ ਅਸੀਂ ਸਰਵਉੱਚ ਅਦਾਲਤ 'ਚ ਜਾਵਾਂਗੇ। ਨਹੀਂ, ਉਹੀ ਮੈਂ ਕਿਹਾ ਨਾ ਜੀ ਕਿ ਅਸਲ ਵਿੱਚ ਜਿਹੜਾ ਅਕਾਲੀ ਦਲ ਹੈ ਉਹ ਇੱਥੇ ਫਿਰ ਅਲਾਇੰਸ ਕਾਹਦਾ ਹੋਇਆ ਇਹਨਾਂ ਦੇ ਨਾਲ ਜੀ। ਫਿਰ ਇਹ ਨਰਿੰਦਰ ਮੋਦੀ, ਜਿਸ ਨੂੰ ਬਾਦਲ ਸਾਹਿਬ ਆਪਣੇ ਸਿਰ ਦਾ ਤਾਜ ਕਹਿੰਦੇ ਨੇ ਪੰਜਾਬੀਆਂ ਦਾ, ਉਹ ਇੱਥੇ ਮਾਧੋਪੁਰ ਵਿੱਚ ਆਏ, ਉਹਨਾਂ ਦੇ ਪਤਾ ਨਹੀਂ ਕਿੰਨੀ ਆਓ ਭਗਤ ਕੀਤੀ, ਨਾ ਉਹ ਦਰਬਾਰ ਸਾਹਿਬ ਮੱਥਾ ਟੇਕਣ ਗਏ, ਨਾ ਉਹਨਾਂ ਨੇ ਪੰਜਾਬੀ ਖਾਣਾ ਖਾਧਾ, ਹੁਣ ਸਾਡੇ ਸਿੱਖਾਂ ਦੀਆਂ ਜ਼ਮੀਨਾਂ ਉਹ ਖੋਹਣ ਤੇ ਲੱਗੇ ਹੋਏ ਨੇ। ਇਸ ਲਈ ਕਾਂਗਰਸ ਦਾ ਜਿਹੜਾ ਵਿਊ ਪੁਆਇੰਟ ਹੈ, ਇਟ ਇਜ਼ ਵੈਰੀ ਕਲੀਅਰ ਕਿ ਦੇ ਆਰ ਪਲੇਇੰਗ ਟੋਟਲ ਪੋਲਿਟਿਕਸ ਔਨ ਦਿਸ ਇਸ਼ੂ। ਔਰ ਇਹ ਉਹਨਾਂ ਦਾ ਕਹਿਣਾ ਕਿ ਜੀ ਅਸੀਂ ਅਦਾਲਤ ਵਿੱਚ ਜਾਵਾਂਗੇ, ਇਹ ਟੋਟਲ ਡਬਲ ਸਟੈਂਡਰਡਸ ਹੈ ਅਕਾਲੀਆਂ ਦੇ। ਇਹ ਤਾਂ ਇਹਨਾਂ ਨੂੰ ਬੀਜੇਪੀ ਦੇ ਨਾਲ ਨਾਤਾ ਤੋੜਨ ਤੱਕ ਜਾਣਾ ਚਾਹੀਦਾ। ਜੇ ਸਿੱਖਾਂ ਨੂੰ ਉੱਥੋਂ ਇਵਿਕਟ ਕਰ ਦਿੰਦੇ ਨੇ ਗੁਜਰਾਤ ਚੋਂ, ਤੇ ਕਾਹਦੀ ਭਾਈਵਾਲਤਾ ਇਹਨਾਂ ਦੀ ਆਪਸ ਵਿੱਚ। ਸੁਖਪਾਲ ਜੀ, ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਰਾਮੂ ਵਾਲੀਆ ਜੀ, ਕੀ ਕਹੋਗੇ? ਮੈਂ ਕਾਂਗਰਸ ਪਾਰਟੀ ਵੱਲੋਂ ਸਰਦਾਰ ਖਹਿਰਾ ਸਾਹਿਬ ਨੇ ਜਿਹੜੇ ਵਿਚਾਰ ਦਿੱਤੇ ਹੈ, ਮੈਂ ਉਹਨਾਂ ਦੀ ਫਿਕਰਮੰਦੀ ਦੇਖੀ ਹੈ ਜੀ। ਕੋਈ ਮੈਂ ਨਹੀਂ ਕਹਿੰਦਾ ਵੀ ਉਹ ਠੀਕ ਹੈ, ਉਹਨਾਂ ਨੇ ਕਹਿਣਾ ਹੀ ਹੈ, ਸਾਡੀ ਵਿਰੋਧੀ ਪਾਰਟੀ ਹੈ, ਦੋ ਚਾਰ ਕੌੜੀਆਂ ਗੱਲਾਂ ਵੀ ਉਹ ਕਹੇਗੇ ਜੀ, ਪਰ ਮੈਂ ਸਪਸ਼ਟ ਕਰਦਾ ਵੀ ਸੁਪਰੀਮ ਕੋਰਟ ਵਿੱਚ ਜਾਣ ਦੀ ਗੱਲ ਮੈਂ ਥੋੜ੍ਹਾ ਕਹੀ ਹੈ। ਨਹੀਂ, ਤੁਸੀਂ ਇਹ ਕਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਉਹ ਜਾ ਰਿਹਾ ਮਾਮਲਾ ਤੇ ਅਸੀਂ ਉਹਦੇ 'ਚ ਮਦਦ ਕਰਾਂਗੇ। 28 ਤਰੀਕ ਲਾਸਟ ਆ, ਹੁਣ ਤੱਕ ਸਾਲ ਡੇਢ ਸਾਲ ਲੰਘ ਗਿਆ ਨੂੰ ਜੀ, ਉਹ ਤਾਂ 28 ਨੂੰ ਮੁੱਕ ਜਾਣਾ ਹੈ ਜੀ। ਮੈਂ ਤਾਂ ਇਹ ਤੁਹਾਨੂੰ ਦੱਸਿਆ ਹੈ, ਮੈਂ ਹਰ ਗੱਲ ਤੁਹਾਨੂੰ ਰਿਕਾਰਡ ਮੁਤਾਬਕ ਠੀਕ ਦੱਸ ਰਿਹਾ ਜੀ ਜੀ। ਉਹ ਖਹਿਰਾ ਸਾਹਿਬ ਵੀ ਵਿਦਰੋਹ ਤਾਂ ਕਰ ਸਕਦੇ ਕਿਸੇ ਵੇਲੇ ਵੀ ਨਹੀਂ। ਜਿਹੜਾ ਮਸਲਾ ਇਹ ਹੈ ਕਿ ਤੁਸੀਂ ਜਦੋਂ ਪੰਜਾਬ ਦੇ ਵਿੱਚ ਨਰਿੰਦਰ ਮੋਦੀ ਜੀ ਆਏ, ਜਿੱਥੋਂ ਉਹਨਾਂ ਨੇ ਆਪਣੀ ਜਿਹੜੀ ਚੋਣ ਪ੍ਰਚਾਰ ਦੀ ਇੱਕ ਤਰੀਕੇ ਨਾਲ ਸ਼ੁਰੂਆਤ ਕੀਤੀ, ਤੁਸੀਂ ਇੱਕੋ ਇੱਕ ਪਾਰਟੀਆਂ ਜਿਹੜੀ ਇਸ ਗੱਲ ਦੇ ਉੱਤੇ ਖੜੇ ਹੋ ਕਿ ਵੀ ਜੋ ਭਾਜਪਾ ਫੈਸਲਾ ਕਰੇਗੀ ਅਸੀਂ ਉਹਦੇ ਨਾਲ ਹੈ। ਪੰਜਾਬ ਦੇ ਵਿੱਚ ਉਹਨੂੰ ਕਿਹਾ ਗਿਆ ਕਿ ਵੀ ਪੰਜਾਬ ਦੀ ਪੱਗ ਹੈ ਜਾਂ ਉਹ ਸਾਡਾ ਪੰਜਾਬੀਆਂ ਦਾ ਤਾਜ ਹੈ। ਉਹਨਾਂ ਨਾਲ ਤੁਸੀਂ ਇਹ ਗੱਲ ਸਿਆਸੀ ਰੂਪ 'ਚ ਕਿਉਂ ਨਹੀਂ ਪਰਸਿਊ ਕਰਦੇ ਕਿ ਇਹ ਤੁਹਾਡੀ ਨੀਤੀ ਗਲਤ ਹੈ, ਇਹਨੂੰ ਤਬਦੀਲ ਕਰੋ? ਮੈਂ ਕਦੋਂ ਕਿਹਾ ਵੀ ਸਿਆਸੀ ਤੌਰ ਤੇ ਨਹੀਂ ਕਰਦੇ ਜੀ। ਜਿਹੜੀ ਗੱਲ ਹੈ ਇੱਕ ਅਲਾਇੰਸ ਪਾਰਟਨਰ ਦੀ ਇੱਜ਼ਤ ਕਰਨੀ, ਇਕੱਠੇ ਤੁਰਨਾ, ਇਕੱਠੇ ਲੜਨਾ, ਹੋ ਸਕਦਾ ਵੀ ਨੀਤੀਆਂ ਵਿੱਚ ਕਿਤੇ ਫਰਕ ਆ ਜੇ।
ਕਾਂਗਰਸ ਪਾਰਟੀ ਦੇ ਵੀ ਕਿੰਨੇ ਬੰਦੇ ਛੱਡ ਗਏ ਨਹੀਂ, ਆ ਫਰਕ ਗਏ। ਤਾਂ ਸਿਰਫ ਇੰਨਾ ਹੀ ਹੈ ਨਾ ਕਿ ਵੀ Alliances ਅਲਾਈਅੰਸ ਟੁੱਟਦੇ ਰਹਿੰਦੇ ਆ। ਅਲਾਈਅੰਸ ਜਿਹੜਾ ਭਾਈਵਾਲ ਪਾਰਟੀ ਦੀ ਇੱਜ਼ਤ ਕਰਨੀ ਤੇ ਉਹਨੂੰ ਵਾਪਸ ਇਹ ਕਰਨਾ ਕਿ ਸਾਡੀ ਵੀ ਇੱਜ਼ਤ ਕਰੋ, ਇਹ ਵੀ ਤਾਂ ਇੱਕ ਨਹੀਂ, ਮੈਂ ਮਸਲਾ ਦੱਸਦਾ ਹੁੰਦਾ ਨਾ ਨਾ। ਉਹਦੇ ਵਿੱਚ ਅਸੀਂ ਹੁਣ ਜਿਹੜੀ ਬਾਦਲ ਸਾਹਿਬ ਨੇ ਇੱਕ ਚਿੱਠੀ ਲਿਖਤੀ ਪਹਿਲਾਂ, ਜੀ। ਹੁਣ ਮੈਂ 2-3 ਦਿਨ ਵਿੱਚ ਹੀ ਸਿੱਧਾ ਉਹਨਾਂ ਨੂੰ ਮਿਲਣਾ ਹੈ। ਜੀ। ਮੈਂ ਕੀ ਗੱਲਾਂ ਕਰਾਂਗਾ ਉਹ ਮੈਂ ਇੱਥੇ ਨਹੀਂ ਦੱਸ ਸਕਦਾ। ਜੀ। ਹੋ ਸਕਦਾ ਉਹਦੇ ਵਿੱਚ ਮੈਂ ਇਹ ਜਿਹੜੀਆਂ ਦੂਰ ਰਸ ਦੀਆਂ ਗੱਲਾਂ ਹੈ ਜੀ। ਕਿ ਸਾਡੇ ਸਬੰਧਾਂ ਨੂੰ ਕਿਵੇਂ ਪ੍ਰਭਾਵਿਤ ਨਾ ਕਰ ਜਾਣ, ਜੀ। ਇਹ ਗੱਲਾਂ ਤੁਹਾਡੇ ਖਿਆਲ 'ਚ ਮੈਂ ਨਹੀਂ ਕਰਾਂਗਾ। ਜੀ, ਚਲੋ ਅਸੀਂ ਇਸ ਲਈ ਉਮੀਦ ਕੁਦਰਤੀ ਕਰਾਂਗੇ ਕਿ ਤੌਰ ਤੁਸੀਂ ਤੇ ਇਹ ਸਾਰੀਆਂ ਗੱਲਾਂ ਕਰਾਂਗੇ, ਜੀ। ਲੇਕਿਨ ਉਹਨਾਂ ਨੂੰ ਕਹਾਂਗੇ ਵੀ ਇਹ ਸਾਰੀਆਂ ਗੱਲਾਂ ਦੇ ਬਾਅਦ ਮੈਂ ਤਾਂ ਜਿਹੜੀ ਇਦੋਂ ਅਗਲੀ ਗੱਲ ਕਹੀ ਹੈ ਮੈਂ ਤਾਂ ਕਰਾਂਗੇ ਅਕਾਲੀ ਦਲ ਵੱਲੋਂ। ਮੈਂ ਖਹਿਰਾ ਸਾਹਿਬ ਨੂੰ ਕਹਿੰਦਾ ਬਿਲਕੁਲ ਤੁਹਾਨੂੰ ਸ਼੍ਰੀਮਤੀ ਸੋਨੀਆ ਗਾਂਧੀ ਜਿਵੇਂ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਇੱਥੇ ਪਾਰਟੀ ਮੁਖੀ ਇੰਟਰਵੀਨ ਕਰ ਗਏ। ਮੈਂ ਰਾਜਨਾਥ ਸਿੰਘ ਨੂੰ ਮਿਲ ਚੁੱਕਿਆ ਇਸ ਮੁੱਦੇ ਤੇ ਜੀ ਇਦੋਂ ਪਹਿਲਾਂ। ਹੁਣ ਮੈਂ ਜਿਹੜੀ ਡਿਊਟੀ ਲੱਗੀ ਮੇਰੀ ਵੀ ਤੁਸੀਂ ਉੱਥੇ ਜਾ ਕੇ ਜਾਂ ਇੱਥੇ ਜਿੱਥੇ ਵੀ ਮੁਲਾਕਾਤ ਕਰਾਂਗੇ ਮੈਂ ਬਹੁਤ ਵੈਲਕਮ ਕਰਾਂਗਾ ਕਿ ਜਿਵੇਂ ਉਹਨਾਂ ਨੇ ਆਪ ਹੀ ਕਿਹਾ ਕਾਂਗਰਸ ਦੇ ਪ੍ਰਵਕਤਾ ਨੇ ਕਿ ਇਹਨੂੰ ਰਾਜਨੀਤੀ ਤੋਂ ਵੱਖ ਕਰਕੇ ਇਹਨਾਂ ਪੰਜਾਬੀਆਂ ਨੂੰ ਉਜਾੜੇ ਤੋਂ ਬਚਾਈਏ। ਜੀ, ਉਹਦੇ ਲਈ ਪ੍ਰਧਾਨ ਮੰਤਰੀ ਵੀ ਦਖਲ ਦੇ ਸਕਦੇ ਆ। ਤੁਹਾਡੀ ਗੱਲ ਬਿਲਕੁਲ ਸਪਸ਼ਟ ਹੋ ਗਈ ਹੈ। ਇੱਕ ਗੱਲ ਜਿਹੜੀ ਹੋਰ ਵੀ ਸਪਸ਼ਟ ਹੋ ਗਈ ਹੈ ਕਿ ਸਿਆਸਤਦਾਨ ਜਦੋਂ ਵਿਰੋਧੀ ਪਾਰਟੀ ਨੂੰ ਰਾਏ ਦਿੰਦੇ ਨੇ ਤੇ ਉਹ ਬਹੁਤ ਠੀਕ ਦਿੰਦੇ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਗੁਜਰਾਤ ਵਿੱਚ ਕਿਸਾਨਾਂ ਨੇ ਜ਼ਮੀਨਾਂ ਖਰੀਦ ਕੇ ਆਬਾਦ ਕੀਤੀਆਂ ਨੇ। ਮੁਸ਼ਕਿਲ ਵੇਲੇ ਉਹਨਾਂ ਨੂੰ ਇਸ ਇਲਾਕੇ ਵਿੱਚ ਵਸਣ ਦਾ ਸੱਦਾ ਦਿੱਤਾ ਗਿਆ ਸੀ। ਉਹਨਾਂ ਨੇ ਸੂਬੇ ਦੀ ਤਰੱਕੀ ਵਿੱਚ ਹਿੱਸਾ ਪਾਇਆ ਹੈ। ਇਸ ਤੋਂ ਬਾਅਦ ਜੇ ਉਹਨਾਂ ਨੂੰ ਕਿਸੇ ਵੀ ਕਾਨੂੰਨ ਦੇ ਹਵਾਲੇ ਨਾਲ ਉਜਾੜਿਆ ਜਾਂਦਾ ਹੈ ਤਾਂ ਇਹ ਨਾ ਸ਼ੁਕਰਾਪਣ ਤਾਂ ਪੱਕਾ ਹੈ, ਘੱਟ ਗਿਣਤੀਆਂ ਨਾਲ ਵਿਤਕਰੇ ਦਾ ਸਬੂਤ ਵੀ ਹੋ ਸਕਦਾ ਹੈ। ਇੱਕ ਪਾਸੇ ਵਿਕਾਸ ਦੇ ਨਾਂ ਉੱਤੇ ਕਿਸੇ ਨੂੰ ਵੀ ਕੌਡੀਆਂ ਦੇ ਭਾਅ ਜ਼ਮੀਨਾਂ ਦਿਓ ਅਤੇ ਦੂਜੇ ਪਾਸੇ ਆਬਾਦਕਾਰਾਂ ਨੂੰ ਉਜਾੜ ਦਿਓ। ਇਹ ਕਿਹੋ ਜਿਹਾ ਨਿਜ਼ਾਮ ਹੈ? ਇਸ ਮੁਸ਼ਕਿਲ ਹਾਲਾਤ ਵਿੱਚ ਪੰਜਾਬ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨਾਂ ਦੀ ਬਾਂਹ ਫੜੀ ਜਾਏ। ਨਮਸਕਾਰ, ਸਤਿ ਸ੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।